ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸੁੱਚਾ ਸਿੰਘ ਸਹੋਤਾ ਹੈ ਤੇ ਅਸੀਂ ਇੱਥੇ ਵੈਂਸਫੀਲਡ ਰਹਿਣ ਵਾਲੇ ਹਾਂ। ਜੋ ਗੁਰੂ ਘਰ ਦਾ ਇਹ ਆਪਣੇ ਸਰਦਾਰ ਗਾਖਲ ਸਾਹਿਬ ਸਿੰਘ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ। ਗੁਰੂ ਘਰ ਦੀ ਕਮੇਟੀ ਤੇ ਸਾਧ ਸੰਗਤ ਤੇ ਟਰਸਟੀਆਂ ਦੇ ਸਹਿਯੋਗ ਨਾਲ ਇਹ ਕਾਰੋਬਾਰ ਸ਼ੁਰੂ ਕੀਤਾ ਗਿਆ ਸੀਗਾ। ਇਹ ਹੁਣ ਨੀਲੀ ਮੁਕੰਮਲ ਹੋ ਚੱਲਿਆ ਆ। ਉਸ ਲਈ ਜਿਹੜਾ ਸਟੈਚੂ ਦਾ ਜਿਹੜਾ ਬੇਸ ਆ ਉਹ ਬਣ ਰਿਹਾ ਆ। ਉਸ ਤੋਂ ਬਾਅਦ ਸਟੈਚੂ ਵੀ ਰੈਡੀ ਹੈ। ਉਹ 9ਵੇਂ ਮਹੀਨੇ 'ਚ ਉਹਨੇ ਇੱਥੇ ਲਗਾ ਦੇਣਾ ਹੈ। ਇਸ ਦੀ ਮਹਾਨਤਾ, ਇਸ ਦੀ ਫਿਲਮ ਵੀ ਬਣੀ ਹੋਈ ਹੈ। ਜੇ ਕਿਸੇ ਸਾਧ ਸੰਗਤ ਨੇ ਦੇਖਣੀ ਹੋਵੇ, ਸਾਰੰਗੀ ਫਿਲਮ ਦਾ ਨਾਮ ਹੈ, ਉਹ ਦੇ ਸਕਦਾ ਆ। ਉੱਥੇ ਜੋ ਆਪਣੇ 21 ਸਿੰਘਾਂ ਨੇ ਗੋਰਿਆਂ ਦੇ ਟਾਈਮ ਦੇ ਅੰਗਰੇਜ਼ਾਂ ਦੇ ਰਾਜ ਵਿੱਚ ਇਹ ਉੱਥੇ ਉਹਨੇ ਲੜਾਈ ਲੜੀ ਸੀਗੀ, ਤਾਂ ਇਸ ਕਰਕੇ ਇਸ ਦਾ 21 ਬੰਦੇ ਉੱਥੇ ਸ਼ਹੀਦ ਹੋਏ ਸੀ ਸਿੰਘ ਜਿਹੜੇ, ਉਹਨਾਂ ਦੀ ਇਸ ਦੇ ਪ੍ਰਥਾਏ ਇਹ ਸਟੈਚੂ ਲੱਗ ਰਿਹਾ ਹੈ। ਸੋ ਇਸ ਕਰਕੇ ਬਾਕੀ ਦੀ ਜਾਣਕਾਰੀ ਹੋਰ ਬਾਕੀ ਸਾਡੇ ਟਰਸਟੀ ਸਾਹਿਬਾਨ ਜਾਂ ਹੋਰ ਗੁਰੂ ਘਰ ਦੇ ਮੈਂਬਰ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਿੱਖ ਚੈਨਲ ਵਾਲਿਆਂ ਦੇ ਬਹੁਤ ਧੰਨਵਾਦੀ ਹਾਂ ਜਿਹੜੇ ਕਿ ਅੱਜ ਗੁਰੂ ਨਾਨਕ ਗੁਰਦੁਆਰਾ ਵੈਂਸਫੀਲਡ ਵਿਖੇ ਪਹੁੰਚੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਿੱਖ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਵੈਂਸਫੀਲਡ ਦੀ ਸੰਗਤ ਇੱਥੇ ਟੈਟੂ ਬਣਨਾ ਉਹਨੂੰ ਦਿਖਾ ਰਹੇ ਆ ਕੇ। ਇਹਦਾ ਬਹੁਤ ਬਹੁਤ ਧੰਨ। ਮੈਂ ਬਲਵੀਰ ਸਿੰਘ ਟੁੱਟ ਬੋਲ ਰਿਹਾ ਹਾਂ ਜੋ ਕਿ ਇਹ ਵੈਂਸਫੀਲਡ ਦੀਆਂ ਸੰਗਤਾਂ ਜੋ ਵੀ ਕੰਮ ਹੁੰਦਾ ਆ ਮੂਹਰੇ ਹੋ ਕੇ ਕਰਦੀਆਂ ਹਨ। ਹੁਣ ਇਸ ਕੰਮ ਵਾਸਤੇ ਵੀ ਸਾਰੇ ਵੈਂਸਫੀਲਡ ਦੀ ਸੰਗਤ, ਟਰਸਟੀ, ਕਮੇਟੀ ਮੈਂਬਰ ਇਕੱਠੇ ਹੋ ਕੇ ਇਹ ਟੈਟੂ ਬਣਾ ਰਹੇ ਹਨ। ਇਹ ਹੁਣ ਤਿਆਰ ਹੋ ਗਿਆ, ਛੇਤੀ ਹੋ ਰਿਹਾ ਹੈ। ਤਾਂ ਇੱਥੇ ਦਾ ਮੈਂ ਬਹੁਤ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ। ਦਾਸ ਕੇਵ ਸਿੰਘ ਥੰਦੀ ਇੱਥੇ ਗੁਰਦੁਆਰੇ ਸੇਵਾ ਕਰਦਾ ਹੈ। ਸੰਗਤ ਦੇ ਨਾਲ ਰਲ ਕੇ ਸਾਰੇ ਟਰਸਟੀਆਂ ਨਾਲ, ਚੋਣ ਬੋਰਡ ਨਾਲ, ਸਾਰਿਆਂ ਨਾਲ ਰਲ ਕੇ ਸੇਵਾ ਕਰਦਾ ਹੈ। ਦਾਸ ਇੰਨਾ ਹੀ ਕਹਿੰਦਾ ਹੈ ਜਿਹੜਾ ਬੁੱਤ ਲੱਗਣਾ ਭਾਈ ਈਸਰ ਸਿੰਘ ਦਾ ਬਹੁਤ ਵਧੀਆ ਲੱਗਣਾ, ਚੰਗੇ ਰਦਮ ਲੱਗਣਾ ਵੈਂਸਫੀਲਡ ਸੰਗਤ ਦਾ ਅਤੇ ਇੱਥੇ ਦੀ ਟਰੱਸਟ ਬੋਰਡ ਦਾ, ਇੱਥੇ ਦੇ ਮੈਂਬਰਾਂ ਦਾ, ਸਾਰੇ ਜਿੰਨੇ ਵੀ ਇੱਥੇ ਨੇੜੇ ਤੇੜੇ ਰਹਿੰਦੇ ਆ ਸਾਰਿਆਂ ਦਾ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਹਨੇ ਇਸ ਸੇਵਾ 'ਚ ਹਿੱਸਾ ਪਾਇਆ। ਆਉਣ ਵਾਲੇ ਟਾਈਮ ਵੀ ਇਸੇ ਤਰ੍ਹਾਂ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਰਾਗੜ੍ਹੀ ਦੇ ਜੰਗ ਦੇ ਸ਼ਹੀਦ ਜੋ ਕਿ ਅੰਗਰੇਜ਼ਾਂ ਲਈ ਲੜਦੇ ਹੋਏ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿੱਚੋਂ ਈਸ਼ਰ ਸਿੰਘ ਦਾ ਅੱਜ ਮੋਨੂਮੈਂਟ ਦੀਆਂ ਤਿਆਰੀਆਂ ਹੋ ਰਹੀਆਂ ਨੇ ਅਤੇ ਵੈਂਸਫੀਲਡ ਵਿੱਚ 12 ਸਤੰਬਰ ਨੂੰ ਲਾਈਆਂ ਜਾਣਗੀਆਂ, ਜੋ ਕਿ ਵੁਲਵਰਹੈਂਪਟਨ ਕੌਂਸਲ ਅਤੇ ਵੈਂਸਫੀਲਡ ਦੀ ਸੰਗਤ ਦੇ ਸਹਿਯੋਗ ਨਾਲ ਚੱਲ ਰਿਹਾ। ਅਸੀਂ ਵੈਂਸਫੀਲਡ ਦੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਸਿੱਖਾਂ ਦੇ ਸ਼ਹੀਦਾਂ ਦੇ ਮੋਨੂਮੈਂਟ ਲਾ ਰਹੇ ਨੇ, ਅਤੇ ਸਾਨੂੰ ਮਾਣ ਹੋ ਰਿਹਾ ਕਿ ਸਾਡੇ ਪੁਰਖਿਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਜਿਸ ਕਰਕੇ ਅਸੀਂ ਵੀ ਅੱਜ ਮਾਣ ਨਾਲ ਜੀ ਰਹੇ ਹਾਂ। ਦਾਸ ਇੰਨਾ ਹੀ ਕਹਿੰਦਾ ਹੋਇਆ ਖਿਮਾ ਦਾ ਜੱਜ ਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਮੂਰਤੀ ਦਾ ਇੱਥੇ ਪ੍ਰੋਗਰਾਮ ਚੱਲ ਰਿਹਾ ਸੰਗਤਾਂ ਵੱਲੋਂ ਬਹੁਤ ਵਧੀਆ ਜੋ ਸੰਯੋਗ ਦੇ ਰਿਹਾ, ਸਾਰਿਆਂ ਦਾ ਧੰਨਵਾਦ। ਅੱਜ ਦੇ ਮੁੱਖ ਸੇਵਾਦਾਰ ਜਿਹੜੇ ਉਦੋਂ ਕਮੇਟੀ ਤੋਂ ਕੰਮ ਸ਼ੁਰੂ ਕੀਤਾ, ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀ, ਉਸ ਟਾਈਮ ਦੇ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਬੈਂਸ ਸੀਗੇ। ਹੁਣ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਹੁਣ ਭਾਈ ਭੁਪਿੰਦਰ ਸਿੰਘ ਗਾਖਲ ਹੋਣੀ ਦੱਸ ਹੀ ਦਿੱਤਾ ਹੈ ਸਾਰਾ ਕੁਛ ਕਿਸ ਤਰ੍ਹਾਂ ਹੋਇਆ, ਅਤੇ ਅਰਦਾਸ ਤਾਂ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਟਰੱਸਟ ਦਾ ਬਹੁਤ ਬਹੁਤ ਧੰਨਵਾਦ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਅਤੇ ਇਸੇ ਤਰ੍ਹਾਂ ਹੀ ਹੁਣ ਵੀ ਸਹਿਯੋਗ ਦੇ ਰਹੇ ਹਨ। ਗੁਰੂ ਪਿਆਰੀ ਸਾਧ ਸਿੰਘ ਜੀ, ਸਿੱਖ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਅਤੇ ਜਿੱਥੋਂ ਤੱਕ ਵੀ ਮੇਰੀ ਆਵਾਜ਼ ਪਾਉਂਦੀ ਸਾਰੀ ਸੰਗਤ ਨੂੰ, ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸੇ ਨੇ ਕਵੀ ਨੇ ਆਖਿਆ ਔਖੀ ਬਣੀ ਅਤੇ ਔਖੀਆਂ ਘਾਟੀਆਂ ਦਾ ਹੋ ਕੇ ਚਾਨਣਾ ਪੰਧ ਦਿਖਾਉਣ ਵਾਲਾ, ਫਿਲਮ ਸੈਂਕੜੇ ਸਾਲ ਦੀ ਘੜੀ ਅੰਦਰ ਐਨ ਅੱਖਾਂ ਦੇ ਅੱਗੇ ਲਿਆਉਣ ਵਾਲਾ, ਹੋਈਆਂ ਬੀਤੀਆਂ ਗੱਲਾਂ ਪੁਰਾਣੀਆਂ ਦੀ ਨੂਰੀ ਡਲਕਦੀ ਝਲਕ ਦਿਖਾਉਣ ਵਾਲਾ, ਕੌਮਾਂ ਸੁੱਤੀਆਂ ਤੇ ਔਖੀ ਬਣੀ ਉੱਤੇ ਝੂਣ ਕੇ ਸਿਰੋਂ ਜਗਾਉਣ ਵਾਲਾ,
ਜਿਹਦੇ ਛਪਣ ਤੇ ਮਜ਼ਹਬ ਅਦਾਸ ਹੁੰਦਾ, ਜਿਹਦੇ ਬਿਨਾ ਕੌਮ ਨਿਰੀ ਲੋਥ ਹੁੰਦੀ ਤੇ ਜਿਹਦੇ ਛਪਣ ਤੇ ਮਜ਼ਹਬ ਅਦਾਸ ਹੁੰਦਾ, ਉਹਨੂੰ ਕੌਮ ਦੀ ਜ਼ਿੰਦਗੀ ਆਖਦੇ ਨੇ। ਸੱਚ ਪੁੱਛੋ ਤਾਂ ਉਹ ਇਤਿਹਾਸ ਹੁੰਦਾ। ਸਾਡੇ ਉਸ 21 ਸੂਰਬੀਰਾਂ ਨੇ ਕਮਾਂਡਰ ਸ਼ਹੀਦ ਹੌਲਦਾਰ ਈਸ਼ਰ ਸਿੰਘ, ਜਿਨ੍ਹਾਂ ਦੀ ਕਮਾਂਡ ਥੱਲੇ 21 ਸਿਪਾਹੀਆਂ ਨੇ ਸਾਰਾ ਗੜੀ ਦੀ ਜੰਗ ਲੜੀ, ਔਰ ਜੋ ਕਿ ਸਾਡੇ ਗੁਰੂਆਂ ਦਾ ਅਖਾਣ ਹੈ, ਸੂਰਾ ਸੋ ਪਹਿਚਾਨੀਏ, ਜੋ ਕਿ ਸਾਡੀ ਗੁਰਬਾਣੀ ਗੁਰੂ ਸਾਨੂੰ ਕਹਿ ਗਏ ਕਿ ਸੂਰਾ ਸੋਹ ਪਹਿਚਾਨੀਏ, ਜੋ ਲਰੇ ਦੀਨ ਕੇ ਹੇਠ, ਪੁਰਜਾ ਪੁਰਜਾ ਕੱਟ ਮਰੇ, ਕਬਹੂ ਨਾ ਛੋਡੇ ਖੇਤ। ਉਸ ਲਾਸਟ ਸਟੈਂਡ, ਜਿਵੇਂ ਕਿ ਅੰਗਰੇਜ਼ੀ ਵਿੱਚ ਕਿਹਾ ਗਿਆ, ਆਪਣਾ ਉਹਨਾਂ ਨੇ ਮੋਰਚਾ ਨਹੀਂ ਛੱਡਿਆ, ਆਪਣਾ ਉਹਨਾਂ ਨੇ ਮੈਦਾਨ ਨਹੀਂ ਛੱਡਿਆ, ਔਰ ਦੁਸ਼ਮਣ ਉੱਤੇ ਫਤਿਹ ਪਾਈ। ਔਰ ਉਸ ਜੋ ਕਿ 21 ਸ਼ਹੀਦ, ਉਹਨਾਂ ਦਾ ਜੋ ਸਰਦਾਰ ਕਮਾਂਡਰ ਸ਼ਹੀਦ ਈਸ਼ਰ ਸਿੰਘ ਹੌਲਦਾਰ, ਉਹਨਾਂ ਦਾ ਜੋ ਇੱਥੇ ਇੱਕ ਜੰਗੀ ਦ੍ਰਿਸ਼ ਦਾ ਜੋ ਬਹੁਤ ਹੀ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਗਿਆ ਮੋਨੂਮੈਂਟ, ਜਿਹਨੂੰ ਕਿ ਅਸੀਂ ਪੰਜਾਬੀ ਵਿੱਚ ਬੁੱਤ ਵੀ ਕਹਿ ਲੈਂਦੇ ਹਾਂ, ਇੱਕ ਸ਼ਾਨਦਾਰ ਯਾਦਗਾਰ ਜੋ ਵੈਂਸਫੀਲਡ ਗੁਰੂ ਘਰ ਦੇ ਸਾਹਮਣੇ ਬਣ ਜਾ ਰਹੀ ਆ। ਉਹ 12 ਸਤੰਬਰ ਨੂੰ ਇਹ ਸਾਰਾ ਕਾਰਜ ਜੋ ਹੋਣਾ ਹੈ, ਮਿਲਟਰੀ ਦੀ ਦੇਖ ਰੇਖ ਥੱਲੇ ਵੋਲਵਰਹੈਂਪਟਨ ਗੁਰਦੁਆਰਾ ਕੌਂਸਲ ਦੇ ਸੰਯੋਗ ਦੇ ਨਾਲ ਗੁਰੂ ਨਾਨਕ ਗੁਰਦੁਆਰਾ ਵੈਂਸਫੀਲਡ ਵੈਲਲੈਨ ਦੇ ਟਰਸਟ ਅਤੇ ਸੰਗਤਾਂ ਅਤੇ ਜੋ ਪ੍ਰਬੰਧਕ ਕਮੇਟੀ ਦੇ ਸੰਯੋਗ ਨਾਲ ਇਹ ਸਾਰਾ ਹੋਣ ਜਾ ਰਿਹਾ ਹੈ। ਜੋ ਕਿ ਇਸ ਸਾਰਾ ਗੜੀ ਦਾ ਇਤਿਹਾਸ ਹੈ, ਉਹ ਮੇਰੇ ਵੀਰ ਜੋ ਕਿ ਸਾਰਾ ਕੁਝ ਆਰਗੇਨਾਈਜ਼ ਕਰ ਰਹੇ ਹਨ, ਸਰਦਾਰ ਕੌਂਸਲਰ ਭੁਪਿੰਦਰ ਸਿੰਘ ਗਾਖਲ ਜੀ ਹੋਣੀ ਵਿਸਥਾਰ ਨਾਲ ਆਪ ਨੂੰ ਦੱਸਣਗੇ। ਇਹ ਜਿਹੜਾ ਇਤਿਹਾਸ ਹੈ ਜੀ, ਇਹ 1897 ਦਾ ਆ, 1897 ਬਹੁਤ ਸੁਨਹਿਰੀ ਇਤਿਹਾਸ ਆ। ਇਹ ਤੁਹਾਨੂੰ ਮੈਂ ਸ਼ਾਰਟ ਵਿੱਚ ਦੱਸ ਰਿਹਾ, ਪਰ ਜੇ ਆਪਾਂ ਸਹੀ ਬੁੱਝੀਏ ਤਾਂ ਇਹ ਜਿਹੜਾ ਇਤਿਹਾਸ ਆ ਬਹੁਤ ਲੰਬਾ ਇਤਿਹਾਸ ਆ, ਦਿਹਾੜੀ ਖੰਡ ਵੀ ਲੱਗ ਸਕਦੀ ਆ ਕੱਲੀ ਕੱਲੀ ਗੱਲ ਦੱਸਣ ਦਾ, ਪਰ ਮੈਂ ਤੁਹਾਨੂੰ ਸ਼ਾਰਟ ਵਿੱਚ ਦੱਸ ਰਿਹਾ ਆ। ਇਹ ਸਵੇਰ ਦਾ ਵੇਲਾ ਸੀ, ਕਰੀਬ 8:45 ਵਜੇ। ਸਿਗਨਲ ਮੈਨ ਗੁਰਮੁਖ ਸਿੰਘ, ਸਾਰਾ ਗੜੀ ਬਹੁਤ ਅਹਿਮ ਜਗ੍ਹਾ ਸੀ। ਇੱਕ ਪਾਸੇ ਆਪਣੇ ਗੁਲਿਸਤਾਨ ਕਿਲ੍ਹਾ ਸੀ ਤੇ ਦੂਜੇ ਪਾਸੇ ਆਪਣੇ ਲੋਕਹਾਰਟ ਕਿਲ੍ਹਾ ਸੀ। ਦੋਨੇ ਕਿਲੇ ਦਾ ਫਰਕ ਸੀ। ਇੱਕ ਗੁਲਿਸਤਾਨ ਦਾ ਮੇਰਾ ਖਿਆਲ 3.25 ਕਿਲੋਮੀਟਰ ਦਾ ਫਰਕ ਸੀ ਤਾਂ ਲੋਕਹਾਰਟ ਦਾ 2.25 ਕਿਲੋਮੀਟਰ ਦਾ ਫਰਕ ਸੀ। ਉਸ ਸਮੇਂ ਦੇ ਵਿੱਚ ਜਿੱਦਾਂ ਇੱਕ ਦੂਜੇ ਨੂੰ ਜੋ ਵੀ ਇਨਫੋਰਮੇਸ਼ਨ ਦੇਣੀ ਸੀ, ਉਹਨਾਂ ਨੇ ਉਹਨੂੰ ਹੀਲੀਓਗ੍ਰਾਫ ਕਹਿੰਦੇ ਆ, ਸੂਰਜ ਦੇ ਰਾਹੀਂ, ਜਿਵੇਂ ਆਪਣੇ ਤੁਸੀਂ ਸ਼ੀਸ਼ਾ ਸੂਰਜ ਦੇ ਕਿਰਨ ਦੇ ਨਾਲ ਤੁਸੀਂ ਕਰਦੇ ਹੋ, ਉਹ ਲਾਈਟ ਮਾਰਦੀ ਆ, ਉਸ ਹਿਸਾਬ ਨਾਲ ਇੱਕ ਦੂਜੇ ਨੂੰ ਉਹ ਸਿਗਨਲ ਪਹੁੰਚਾਉਂਦੇ ਸੀ। ਤਾਂ ਇਹ ਜਿਹੜਾ ਸਾਰਾ ਗੜੀ ਸੀ, ਇਹ ਪਿੰਡ ਸੀ ਇੱਕ ਛੋਟਾ ਜਿਹਾ ਉਸ ਸਮੇਂ ਦੇ ਵਿੱਚ। ਤਾਂ ਉਸ ਪਿੰਡ ਵਿੱਚ ਉਹਨਾਂ ਨੇ ਇੱਕ ਆਊਟਪੋਸਟ ਬਣਾਇਆ ਸੀ। ਉਹ ਫਿਰ ਇਨਫੋਰਮੇਸ਼ਨ ਦੋਨੇ ਕਿਲਿਆਂ ਨੂੰ ਪਹੁੰਚ ਰਿਹਾ ਸੀ ਵੀ ਇਸ ਇਲਾਕੇ ਵਿੱਚ ਕੀ ਹੋ ਰਿਹਾ। 8:45 ਦਾ ਟਾਈਮ ਸੀ। ਆਪਣੇ ਸਿਗਨਲ ਮੈਨ ਗੁਰਮੁਖ ਸਿੰਘ, ਲਗਭਗ ਉਹਦੀ ਉਮਰ 20-21 ਸਾਲ ਦਾ ਹੋਣਾ ਸੀ, ਹਲਕਾ ਹੀ ਸੀ ਮੁੰਡਾ ਹਜੇ। ਤਾਂ ਉਹਨ ਆਪਣੇ ਅਫਸਰ ਨੂੰ ਦੱਸਿਆ, ਹੌਲਦਾਰ ਈਸ਼ਰ ਸਿੰਘ ਨੂੰ, 21 ਸਿੰਘਾਂ ਦੇ ਹੇਠ ਉਹ ਕਮਾਂਡ ਉਹਦੇ ਸਿਰ ਸੀ, ਬਈ ਬਾਹਰ ਕਾਫੀ ਹਿਲਜੁਲ ਹੋ ਰਹੀ ਆ, ਬਈ ਕਾਫੀ ਇਕੱਠੇ ਹੋ ਰਹੇ ਲੋਕ, ਬਈ ਮੈਨੂੰ ਲੱਗਦਾ ਸਾਡੇ 'ਤੇ ਹਮਲਾ ਹੋ ਸਕਦਾ ਆ। ਉਹ ਜਦੋਂ ਈਸ਼ਰ ਸਿੰਘ ਨੇ ਆਣ ਕੇ ਦੇਖਿਆ, ਉਹ ਕਹਿੰਦਾ ਹਾਂ, ਕਹਿੰਦਾ ਵੀ ਵਾਕਿਆ ਸਾਡੇ 'ਤੇ ਹਮਲਾ ਐਨੀ ਟਾਈਮ ਹੋ ਸਕਦਾ। ਉਹਨਾਂ ਨੇ ਸਿਗਨਲ ਵਾਪਸ ਪਾਇਆ ਲੋਕਹਾਰਟ ਨੂੰ। ਉੱਥੇ ਜਿਹੜਾ ਦਾ ਮੇਜਰ ਸੀ, ਉਹ ਸਿਗਨਲ ਵਾਪਸ ਪਾਇਆ ਵੀ ਇਹ ਕਿਲ੍ਹਾ ਹਰ ਹਾਲਤ ਤੁਸੀਂ ਛੱਡਣਾ ਨਹੀਂ, ਜਿੱਦਾਂ ਵੀ ਹੁੰਦਾ ਤੁਸੀਂ ਕਿਲ੍ਹਾ ਨਹੀਂ ਛੱਡਣਾ। ਅਸੀਂ ਤੁਹਾਨੂੰ ਬੰਦੇ ਹੋਰ ਭੇਜਾਂਗੇ, ਰੀਇਨਫੋਰਸਮੈਂਟਸ ਭੇਜਾਂਗੇ, ਜਦੋਂ ਟਾਈਮ ਆਊਗਾ, ਸੂਤ ਹੋਊਗਾ, ਸੇਫ ਹੋਊਗਾ, ਤੁਹਾਡੇ ਕੋਲ ਪਹੁੰਚਣਗੇ ਬੰਦੇ, ਪਰ ਤੁਸੀਂ ਨਹੀਂ ਇਹ ਕਿਲ੍ਹਾ ਛੱਡਣਾ। ਉਸ ਵੇਲੇ ਸਰਦਾਰ, ਆਪਾਂ ਕਹਾਂਗੇ ਸਰਦਾਰ ਈਸ਼ਰ ਸਿੰਘ, ਉਹਨਾਂ ਨੇ ਸਾਰੇ ਆਪਣੇ ਬੰਦੇ ਇਕੱਠੇ ਕੀਤੇ, 21 ਸੂਰਮਿਆਂ ਨੂੰ ਇਕੱਠੇ ਕਰਕੇ ਉਹਨੂੰ ਸਮਝਾਤਾ, ਭਾਈ ਵੀ ਆਹ ਗੱਲ ਆ, ਅਸੀਂ ਜਗ੍ਹਾ ਨਹੀਂ ਛੱਡਣੀ। ਜੋ ਸਾਡੇ ਕੋਲ ਹਥਿਆਰ ਹੈਗੇ, ਜਿੰਨੀ ਸਾਡੇ ਕੋਲ ਗੋਲੀਆਂ ਹੈਗੀਆਂ, ਜੋ ਕੁਛ ਵੀ ਹੈਗਾ ਆ, ਜਿੰਨਾ ਚਿਰ ਅਸੀਂ ਇਹ ਮੁਕਾਬਲਾ ਕਰ ਸਕਦੇ ਆ, ਅਸੀਂ ਇਹਨਾਂ ਨੂੰ ਰੋਕਣਾ ਹੀ ਰੋਕਣਾ ਹੀ ਆ। ਠੀਕ ਆ। 9 ਵਜੇ ਕਰੀਬ ਯੁੱਧ ਸ਼ੁਰੂ ਹੋ ਗਿਆ। ਹੁਣ ਤੁਸੀਂ ਹਿਸਾਬ ਕਰੋ, ਕਈ ਇਤਿਹਾਸਕਾਰ ਕਹਿੰਦਾ 10,000, ਕਈ ਕਹਿੰਦੇ ਨਹੀਂ, ਜੇ ਸਾਰੇ ਕਬੀਲੇ ਇਕੱਠੇ ਹੋ ਗਏ ਸੀ, ਇਹ 15-20 ਹਜ਼ਾਰ ਤੱਕ ਵੀ ਹੋ ਸਕਦਾ ਸੀ, ਪਰ ਚਲੋ ਅਸੀਂ 10,000 ਕਹਿੰਦੇ ਆ, ਵੀ 10,000 ਹੋ ਸਕਦਾ। ਜੇ ਆਪਾਂ 10,000 ਕਹਿ ਦਈਏ
21 ਸਿੰਘਾਂ ਦੇ ਨਾਲ 600 ਬੰਦੇ ਨੇ ਇੱਕ ਸੂਰਮੇ ਨਾਲ ਮੁਕਾਬਲਾ ਕੀਤਾ। ਮੂੰਹ ਨਾ ਕਹਿਣਾ ਜੀ, ਆਪਾਂ ਕਹਿ ਹੀ ਰਿਹਾ, ਪਰ ਤੁਸੀਂ ਇਹ ਸੋਚੋ 600 ਬੰਦੇ ਨਾਲ ਇੱਕ ਬੰਦੇ ਨੇ 600 ਬੰਦੇ ਨਾਲ ਮੁਕਾਬਲਾ ਕੀਤਾ। ਤਾਂ ਉਹਨਾਂ ਨੇ 9 ਵਜੇ ਮੁਕਾਬਲਾ ਸ਼ੁਰੂ ਹੋ ਗਿਆ। ਬਾਰ-ਬਾਰ ਉਹਨਾਂ ਨੇ ਕੋਸ਼ਿਸ਼ ਕੀਤੀ ਆਉਣ ਨੂੰ। ਉਹਨਾਂ ਦਾ ਸਕੀਮ ਇਹ ਸੀ, ਉਹਨਾਂ ਦਾ ਜਿਹੜਾ ਲੀਡਰ ਸੀ ਉਸ ਟਾਈਮ ਦਾ, ਉਹਦਾ ਨਾਂ ਸੀ ਗੁਲਬਾਦਸ਼ਾਹ। ਉਹਨਾਂ ਦਾ ਸਕੀਮ ਇਹ ਸੀ ਸਾਰੇ ਕਬੀਲੇ ਇਕੱਠੇ ਕਰਕੇ ਵੀ ਜਿਹੜਾ ਰਾਜ ਹੈਗਾ ਗੋਰਿਆਂ ਦਾ ਇੱਥੋਂ ਅਫਗਾਨਿਸਤਾਨ ਵਿੱਚ ਆਪਾਂ ਚੱਕ ਦੇਣਾ। ਕਿੱਦਾਂ ਅਸੀਂ ਕਾਮਯਾਬ ਹੋਵਾਂਗੇ? ਪਹਿਲਾਂ ਸਾਰਾਗੜੀ 2 ਮਿੰਟਾਂ ਦਾ ਕੰਮ ਆ, ਉਹਨੂੰ ਹਾਸਲ ਕਰਕੇ ਫਿਰ ਆਪਾਂ ਲੋਖਾਟ ਜਾਵਾਂਗੇ, ਲੋਖਾਟ ਤੋਂ ਫਿਰ ਗੁਲਿਸਤਾਨ ਜਾਵਾਂਗੇ। ਇੱਕ ਦਿਹਾੜੀ ਵਿੱਚ ਸਭ ਕੁਝ ਹੋ ਜਾਣਾ। ਅਸੀਂ ਦਿਹਾੜੀ ਵਿੱਚ ਕੰਮ ਨਿਬੇੜ ਦੇਣਾ, ਗੋਰਿਆਂ ਨੂੰ ਇੱਥੋਂ ਆਪਾਂ ਚੱਕ ਦੇਣਾ। ਇਹਨਾਂ ਦੀ ਸੋਚ ਨਹੀਂ ਸੀ ਉਹਦੀ ਉਸ ਵੇਲੇ ਦੇ। 9 ਵਜੇ ਮੁਕਾਬਲਾ ਸ਼ੁਰੂ ਹੋ ਗਿਆ। ਬਾਰ-ਬਾਰ ਉਹਨਾਂ ਨੇ ਕੋਸ਼ਿਸ਼ ਕੀਤੀ, ਉਹਨਾਂ ਕੋਲੋਂ ਅੰਦਰ ਪਹੁੰਚ ਹੀ ਨਹੀਂ ਸਕੇ। ਦੂਰੋਂ ਹੀ ਸੂਰਮਿਆਂ ਨੇ ਇੱਕ ਕਰਕੇ ਜਿੱਦਾਂ ਚੱਕ ਦਿੱਤੇ ਉਹਨਾਂ ਨੂੰ। ਠੀਕ ਹੈ, ਜਦੋਂ ਕੁਛ ਸਮਾਂ ਲੰਘਿਆ, ਗੁਲਬਾਦਸ਼ਾਹ ਨੇ ਆਪਣੀ ਫੌਜਾਂ ਵਾਪਸ ਸੱਦ ਕੇ ਉਹਨਾਂ ਨੂੰ ਐਲਾਨ ਕੀਤਾ ਵੀ ਤੇਰਾ ਨਾਂ ਕੀ ਆ? ਉਹ ਕਹਿੰਦਾ ਮੇਰਾ ਨਾਂ ਹੈ ਈਸ਼ਰ ਸਿੰਘ ਆ। ਉਹਨਾਂ ਨੂੰ ਕਹਿੰਦਾ ਵੀ ਈਸ਼ਰ ਸਿੰਘ ਤੁਸੀਂ ਜਗ੍ਹਾ ਛੱਡ ਦਿਓ, ਤੁਹਾਡੀ ਜਾਨ ਬਖਸ਼ ਦੇਵਾਂਗੇ, ਤੁਸੀਂ ਜਗ੍ਹਾ ਛੱਡ ਦਿਓ। ਈਸ਼ਰ ਸਿੰਘ ਨੇ ਜਵਾਬ ਦਿੱਤਾ ਵੀ ਸਾਡੀ ਜਾਨ ਜਾਵੇ, ਅਸੀਂ ਨਹੀਂ ਜਗ੍ਹਾ ਛੱਡਣੀ। ਉਹ ਕਹਿੰਦਾ ਤੁਸੀਂ ਹੈ ਕਿੰਨੇ ਆ? ਉਹ ਕਹਿੰਦੇ ਅਸੀਂ ਜਿੰਨੇ ਵੀ ਹੋਈਏ, ਅਸੀਂ ਜਗ੍ਹਾ ਨਹੀਂ ਛੱਡਣੀ। ਯੁੱਧ ਚੱਲਦਾ ਰਿਹਾ, ਨਹੀਂ ਕਾਮਯਾਬ ਹੋਏ, ਫਿਰ ਵਾਪਸ ਆਏ। ਫਿਰ ਇੱਕ ਨੇ ਸਕੀਮ ਬਣਾਈ ਵੀ ਆਪਾਂ ਐਂ ਕਰੀਏ, ਜੋ ਇੱਥੇ ਘਾਹ ਫੂਸ ਹੈਗਾ ਆ, ਜੋ ਲੱਕੜਾਂ ਹੈਗੀਆਂ, ਜੋ ਦਰਖਤ ਹੈਗੇ ਆ, ਕਿਉਂ ਮੀਂਹ ਬਹੁਤ ਘੱਟ ਉੱਥੇ ਪੈਂਦਾ ਸੀ, ਇਹਨਾਂ ਨੂੰ ਅੱਗ ਲਾ ਦਈਏ। ਅੱਗ ਲਾ ਦੇਵਾਂਗੇ, ਜੋ ਧੂੰਆਂ ਹੋਊਗਾ ਇਹਨਾਂ ਨੂੰ ਸਿੱਖਾਂ ਨੂੰ ਦਿਸਣਾ ਨਹੀਂ। ਉਸ ਹਨੇਰ ਦੇ ਵਿੱਚ ਆਪਾਂ ਮੁਕਾਬਲਾ ਕਰ ਲਈਏ। ਉਹਨਾਂ ਨੇ ਇਹ ਵੀ ਕਰਕੇ ਦੇਖ ਲਿਆ, ਕਾਮਯਾਬ ਨਹੀਂ ਹੋਏ। ਪਰ ਉਹਨਾਂ ਨੇ ਕੀ ਕੀਤਾ, ਫਿਰ ਉਹਨਾਂ ਨੇ ਕੁਝ ਬੰਦਿਆਂ ਨੂੰ ਪੂਰਬ ਵਾਲੀ ਕੰਧ ਦੇ ਕੋਲ ਬਿਠਾ ਦਿੱਤੇ। ਹੁਣ ਜਿਹੜਾ ਗੁਰਮੁਖ ਸਿੰਘ ਸੀ, ਉਹਦਾ ਮੂੰਹ ਹੈਗਾ ਸੀ ਦੂਜੇ ਪਾਸੇ ਨੂੰ, ਉਹ ਸੀ ਲੋਖਾਟ ਨੂੰ ਸਿਗਨਲ ਭੇਜਦਾ। ਉਹ ਜਦੋਂ ਹੁਣ ਪੂਰਬ ਵਾਲੀ ਕੰਧ ਤੇ ਪਠਾਨ ਬੈਠੇ ਸੀ, ਉਹ ਨੀਂਹ ਦੇ ਵਿੱਚ ਛੇਕ ਕੱਢਣ ਲੱਗ ਪਏ। ਨੀਂਹ ਦੇ ਵਿੱਚ ਛੇਕ ਕੱਢਦੇ ਸੀ ਵੀ ਕੰਧ ਡਿੱਗ ਪਊਗੀ। ਜਿਹੜਾ ਹੁਣ ਗੁਲਿਸਤਾਨ ਆ, ਉਹਨਾਂ ਨੂੰ ਦਿਸਦਾ ਸੀ ਇਹ। ਉਹ ਹੁਣ ਆਪਣੇ ਗੁਰਮੁਖ ਸਿੰਘ ਨੂੰ ਸਿਗਨਲ ਪਾ ਰਹੇ ਸੀ, ਪਰ ਉਸ ਟਾਈਮ ਗੁਰਮੁਖ ਸਿੰਘ ਨੂੰ ਸਿਗਨਲ ਨਹੀਂ ਸੀ ਪਹੁੰਚ ਰਿਹਾ। ਇੱਕ ਤਾਂ ਧੂੰਆਂ ਬਹੁਤ ਸੀ, ਅੱਗ ਲਾਈ ਸੀ ਉਹਨਾਂ ਨੇ। ਦੂਜੀ ਗੱਲ, ਗੁਰਮੁਖ ਸਿੰਘ 3 ਬੰਦਿਆਂ ਦੀ ਜੋਬ ਕਰਦਾ ਸੀ। ਉਹ ਇਕੱਲਾ ਵਿਚਾਰਾ ਸਿਗਨਲ ਪਾਉਂਦਾ ਸੀ, ਸਿਗਨਲ ਵਾਪਸ ਆਉਂਦਾ ਸੀ, ਲਿਖਦਾ ਸੀ, ਲਿਖ ਕੇ ਫਿਰ ਗਾਹਾਂ ਆਪਣੇ ਈਸ਼ਰ ਸਿੰਘ ਨੂੰ ਦੱਸ ਰਿਹਾ ਸੀ ਵੀ ਹੁਣ ਆਹ ਕੁਛ ਹੋ ਰਿਹਾ, ਉਹਨਾਂ ਨੇ ਸਾਨੂੰ ਆਹ ਕਮਾਂਡ ਭੇਜਿਆ। ਹੁਣ ਕਰੀਬ ਕੁਛ ਸਮਾਂ ਬੀਤ ਗਿਆ, ਸਾਡੇ ਜਿਹੜੇ ਸੂਰਮੇ ਸੀ ਕੁਛ ਗਿਣਤੀ ਦੇ ਰਹਿ ਗਏ। ਤੁਸੀਂ ਕਰੋ ਵੀ ਹਿਸਾਬ ਕਰੋ ਵੀ 5 ਬੰਦੇ ਰਹਿ ਗਏ ਸੀ ਸਨੇ ਈਸ਼ਰ ਸਿੰਘ। ਈਸ਼ਰ ਸਿੰਘ ਨੇ ਮਹਿਸੂਸ ਹੋ ਗਿਆ ਕਿ 18 ਸਾਲ ਉਹਨੇ ਸਰਵਿਸ ਕੀਤੀ ਸੀ, 18 ਜਾਂ 20 ਸਾਲ ਦੀ ਸਰਵਿਸ ਸੀ ਉਹਨਾਂ ਦੀ ਜਦੋਂ ਹੋਇਆ। ਉਹ ਕਾਫੀ ਐਕਸਪੀਰੀਅੰਸ ਸੀ, ਉਹਨੂੰ ਪਤਾ ਲੱਗ ਰਿਹਾ ਸੀ ਜਿਹੜੀ ਪੂਰਬ ਵਾਲੀ ਕੰਧ ਆ ਇਹ ਹੁਣ ਢਿੱਠ ਜਾਣੀ ਆ, ਹੁਣ ਵੀ ਹਿਲਜੁਲ ਹੋ ਰਹੀ ਆ, ਵੀ ਕੰਧ ਢਿੱਠ ਜਾਣੀ, ਇਹਨਾਂ ਨੇ ਹੁਣ ਅੰਦਰ ਆਉਣਾ ਹੀ ਆ। ਹੁਣ ਜਿਹੜੇ ਬਾਕੀ ਦੇ ਸਾਥੀ ਸੀ ਉਹਨਾਂ ਨੂੰ ਮੈਸੇਜ ਭੇਜਿਆ ਵੀ ਤੁਸੀਂ ਆਓ। ਹੁਣ ਉਹਨੂੰ ਇਨਰ ਸਰਕਲ ਕਹਿੰਦੇ ਸੀ ਵੀ ਤੁਸੀਂ ਹੁਣ ਅੰਦਰ ਆਓ, ਅੰਦਰ ਆਣ ਕੇ ਤੁਸੀਂ ਆਪਣੇ ਮੋਰਚੇ ਬਣਾਓ, ਕਿ ਉਸ ਟਾਈਮ ਗੋਲੀਆਂ ਵੀ ਮੁੱਕ ਗਈਆਂ ਸੀ। ਸਿਰਫ ਉਹਨਾਂ ਦੇ ਕੀ ਸੀ, ਬੇਨਟ ਸੀ, ਜੋ ਆਪਣਾ ਬੰਦੂਕ ਸੀ, ਬੰਦੂਕ ਦੇ ਉਹ ਮੋਹਰੇ ਲਾਉਂਦੇ ਹੁੰਦੇ ਸੀ, ਨਾਈਫ ਜਾਂ 9 ਇੰਚੀ ਦਾ। ਤਾਂ ਈਸ਼ਰ ਸਿੰਘ ਨੇ ਕਿਰਪਾਨ ਅੰਦਰੋਂ ਲਿਆਂਦੀ। ਜਦੋਂ ਵੀ ਈਸ਼ਰ ਸਿੰਘ ਨੇ ਆਪਣੇ ਸਾਥੀਆਂ ਨੂੰ ਆਰਡਰ ਦੇ ਦਿੱਤਾ ਵੀ ਤੁਸੀਂ ਅੰਦਰ ਜਾ ਕੇ ਮੋਰਚਾ ਸੰਭਾਲੋ, ਬਣਾਓ, ਜਿੰਨਾ ਵੀ ਟਾਈਮ ਕੱਢ ਹੁੰਦਾ ਤੁਸੀਂ ਕੱਢੋ, ਰੋਕੋ ਇਹਨਾਂ ਨੂੰ, ਅੱਗ ਲਾ ਦੇਵਾਂਗੇ, ਪਰ ਇਹਨੂੰ ਅੱਜ ਜਗ੍ਹਾ ਨਹੀਂ ਸੀ ਦੇਣੀ। ਪਠਾਨ ਅੰਦਰ ਆ ਗਏ, ਸਰਦਾਰ ਈਸ਼ਰ ਸਿੰਘ ਨੇ ਕਿਰਪਾਨ ਕੱਢ ਲਈ, ਉੱਥੇ ਮੁਕਾਬਲਾ ਕੀਤਾ ਉਹਨਾਂ ਦੇ ਨਾਲ। ਹੁਣ ਉੱਥੇ ਈਸ਼ਰ ਸਿੰਘ ਸ਼ਹੀਦ ਹੋ ਗਿਆ। ਕੁਛ ਟਾਈਮ ਬਾਅਦ ਹੁਣ ਤੁਸੀਂ ਦੇਖੋ ਕਿੰਨੇ ਹਜ਼ਾਰਾਂ ਦੇ ਹਿਸਾਬ ਨਾਲ ਅੰਦਰ ਆ ਗਏ। ਅੰਦਰ ਹੁਣ 4-5 ਬੰਦੇ ਹੀ ਰਹਿ ਗਏ। ਕੁਛ ਸਮੇਂ ਦੇ ਬਾਅਦ ਬਾਕੀ ਦੀ ਜੋ ਸੂਰਮੇ ਸੀ ਉਹ ਵੀ ਸ਼ਹੀਦੀਆਂ ਪਾ ਗਈਆਂ। ਇੱਕ ਮੁੰਡਾ ਰਹਿ ਗਿਆ ਸੀ, ਉਹ ਸੀ ਗੁਰਮੁਖ ਸਿੰਘ, ਜੋ ਸਿਗਨਲ ਪਾ ਰਿਹਾ ਸੀ। ਉਹਦਾ ਜਿਹੜਾ ਅਖੀਰਲਾ ਸਿਗਨਲ ਆ, ਜਿਹਨੂੰ ਵੀ ਕੋਈ ਸ਼ੰਕਾ ਆ ਵੀ ਨਹੀਂ ਜੇ ਤੁਸੀਂ ਜਿਹੜਾ ਇੰਪੀਰੀਅਲ ਵਾਰ ਮਿਊਜ਼ੀਅਮ ਹੈ ਲੰਡਨ, ਉੱਥੇ ਉਹਦਾ ਸਿਗਨਲ, ਉਹਦੇ ਮੈਸੇਜ ਆ, ਇਹਨਾਂ ਨੇ ਬੜੇ ਸੰਭਾਲ ਕੇ ਰੱਖੇ ਹੋਏ ਆ, ਉੱਥੇ ਅਜੇ ਤੱਕ ਵੀ ਉੱਥੇ ਪਿਆ ਆ ਕਿ ਉਹਨੇ ਸਿਗਨਲ ਪਾਇਆ ਵੀ ਮੇਰੇ ਨਾਲ ਦੇ ਸਾਰੇ ਸ਼ਹੀਦ ਹੋ ਗਏ, ਤੁਸੀਂ ਮੈਨੂੰ ਆਗਿਆ ਦਿਓ, ਮੈਂ ਉਹਨਾਂ ਦੇ ਨਾਲ ਮੈਂ ਵੀ ਸ਼ਹੀਦੀ ਪਾਉਣੀ ਆ। ਦੇਖ ਲਓ, ਆਪਣੀ ਜਾਨ ਦੀ ਕੋਈ ਪਰਵਾਹ ਨਹੀਂ। 21-22 ਸਾਲ ਦੀ ਉਮਰ ਸੀ ਮੁੰਡੇ ਦੀ। ਪਠਾਨ ਖੁਸ਼ੀਆਂ ਮਨਾਉਣ ਵੀ ਅਸੀਂ ਜਿੱਤ ਲਿਆ ਜੀ। ਜਦੋਂ ਗੁਰਮੁਖ ਸਿੰਘ ਨੂੰ ਦੇਖਿਆ, ਉਹ ਕਹਿੰਦੇ ਇਹ ਕਿੱਧਰੋਂ ਆ ਗਿਆ। ਗੁਰਮੁਖ ਸਿੰਘ ਨੇ ਇਕੱਲੇ ਨੇ 21 ਪਠਾਨ
ਮਾਰ ਦਿੱਤਾ ਹੈ। ਉਹ ਕਿੱਦਾਂ ਸਾਨੂੰ ਇਨਫੋਰਮੇਸ਼ਨ ਮਿਲੀ ਆ, ਜਦੋਂ ਦੂਸਰੇ ਦਿਨ ਜਦੋਂ ਇਨਫੈਂਟਰੀ ਪਹੁੰਚੀ ਸੀ ਉੱਥੇ, ਜਦੋਂ ਉਹਨਾਂ ਨੇ ਇਹ ਕਿਲ੍ਹਾ ਵਾਪਸ ਕੀਤਾ, ਹਾਸਲ ਕਰ ਲਿਆ, ਉਦੋਂ ਇੱਕ ਸਿੱਖ ਸਿਪਾਹੀ ਨੇ ਉਸ ਟਾਈਮ ਤੇ ਆਪਣੇ ਨੋਟਬੁੱਕ ਵਿੱਚ ਲਿਖਿਆ ਵੀ ਜਦੋਂ ਮੈਂ ਗੁਰਮੁਖ ਸਿੰਘ ਦੀ ਲਾਸ਼ ਚੁੱਕੀ, ਉਹਦੇ ਲਾਸ਼ ਦੇ ਕੋਲ 21 ਪਠਾਨ ਸੀ, ਵੀ ਮੇਰੇ ਹਿਸਾਬ ਨਾਲ ਇਕੱਲੇ ਨੇ 21 ਪਠਾਨ ਮਾਰ ਸਿੱਟਿਆ। ਇਹੋ ਜਿਹਾ ਸੂਰਮਾ ਸੀ ਉਹ। ਤਾਂ ਇਹ ਤੁਸੀਂ ਦੇਖ ਲਓ ਵੀ ਜਦੋਂ ਇਹ ਯੁੱਧ ਹੋ ਗਿਆ, ਇਹਨਾਂ ਨੇ ਗੁਲਬਾਦਸ਼ਾਹ ਨੇ ਸੋਚ ਲਿਆ ਵੀ ਕਿੱਥੇ ਸਾਨੂੰ ਲੱਗਣਾ ਸੀ ਅੱਧੇ ਘੰਟੇ ਦਾ ਕੰਮ ਸੀ, ਸਾਨੂੰ ਤਾਂ ਦਿਹਾੜੀ ਲੱਗ ਗਈ, ਹੁਣ ਤਾਂ ਹਨੇਰਾ ਵੀ ਹੋਣਾ ਸ਼ੁਰੂ ਹੋ ਗਿਆ। ਇਹ ਫਿਰ ਵਾਪਸ ਜਾਣ ਦੀ ਸ਼ੁਰੂ ਇਹਨਾਂ ਨੇ ਕੀਤਾ ਵੀ ਹੁਣ ਆਪਾਂ ਗਾਂਹ ਨਹੀਂ ਜਾ ਸਕਦੇ, ਵੀ ਹੁਣ ਆਪਾਂ ਵਾਪਸ ਹੀ ਜਾਵਾਂਗੇ। ਫਿਰ ਇਹਨਾਂ ਨੇ ਦੂਏ ਦਿਨ ਨਹੀਂ ਆਏ, ਫਿਰ ਨਹੀਂ ਆਏ ਇਹ, ਫਿਰ ਦੂਜੇ ਦਿਨ ਫਿਰ ਜਿੱਦਾਂ ਕਹਿੰਦੇ ਵੀ ਪਾਲਟਨ 36 ਸਿੱਖ ਰੈਜੀਮੈਂਟ ਦੀ ਪੂਰੇ ਫੋਰਸ ਨਾਲ ਆਏ, ਤਾਂ ਫਿਰ ਉਹਨਾਂ ਨੇ ਦੁਬਾਰਾ ਉਹ ਸਾਰਾਗੜ੍ਹੀ ਦਾ ਉਹਨਾਂ ਨੇ ਹਾਸਲ ਕੀਤਾ। ਪਰ ਇਹ ਇਤਿਹਾਸ ਇੱਥੇ ਨਹੀਂ ਮੁੱਕਦਾ। ਇਹ ਤੁਸੀਂ ਦੇਖੋ ਵੀ ਜਦੋਂ ਇਹ ਯੁੱਧ ਹੋ ਰਿਹਾ ਸੀ, ਇੱਕ ਰਿਪੋਰਟਰ ਸੀ ਲੰਡਨ ਨਿਊਜ਼ ਦਾ, ਲੌਕਹੈਟ ਦੇ ਕਿਲੇ ਤੇ, ਜੋ ਵੀ ਸਿਗਨਲ ਆ ਰਿਹਾ ਸੀ ਉਹ ਲਿਖ ਰਿਹਾ ਸੀ, ਜੋ ਯੁੱਧ ਹੋ ਰਿਹਾ ਸੀ ਉਹ ਲਿਖੀ ਜਾਂਦਾ ਸੀ। ਚੌਥੇ ਦਿਨ ਜਾ ਕੇ ਉਹਨ ਲਾਹੌਰ ਜਾ ਕੇ ਉਹਨ ਟੈਲੀਗ੍ਰਾਮ ਭੇਜੀ ਲੰਡਨ ਨੂੰ ਵੀ ਇੰਡੀਆ ਦੀ ਧਰਤੀ ਤੇ ਆਹ ਮੁਕਾਬਲਾ ਹੋਇਆ ਅੱਜ, ਵੀ ਕੋਈ ਯਕੀਨ ਨਹੀਂ ਕਰ ਸਕਦਾ, ਪਰ ਮੈਂ ਅੱਖੀ ਦੇਖਿਆ। ਇੱਥੇ ਨਿਊਜ਼ਪੇਪਰ ਵਿੱਚ ਐ ਖਬਰ ਛਾਪੀ ਵੀ ਹੋਇਆ ਕੀ ਆ, 21 ਸਿੱਖਾਂ ਨੇ 10-15 ਹਜ਼ਾਰ ਦੇ ਨਾਲ ਮੁਕਾਬਲਾ ਕੀਤਾ, ਉਹ ਵੀ ਸਾਰੀ ਦਿਹਾੜੀ। ਇਹ ਹੋ ਕਿੱਦਾਂ ਸਕਦਾ? ਪਾਰਲੀਮੈਂਟ ਨੇ ਉਹਨਾਂ ਦੀ ਯਾਦ ਦੇ ਵਿੱਚ, ਉਹਨਾਂ ਦੇ ਜਿੱਦਾਂ ਕਹਿੰਦੇ ਆ ਵੀ ਰਿਸਪੈਕਟ ਵਾਸਤੇ 2 ਮਿੰਟ ਉਹਨਾਂ ਨੇ ਚੁੱਪ ਦਾ ਦਾਨ ਬਖਸ਼ਿਆ। ਕੁਈਨ ਵਿਕਟੋਰੀਆ ਕਹਿੰਦੀ ਵੀ ਇੱਥੇ ਤੱਕ ਨਹੀਂ ਕੰਮ, ਕਹਿੰਦੀ ਗਾਂਹ ਸਾਨੂੰ ਕੰਮ ਕਰਨਾ ਪਊਗਾ ਉਹਨਾਂ ਦੇ ਸੂਰਮਿਆਂ ਬਾਰੇ, ਵੀ ਉਹਨਾਂ ਨੇ ਸਾਡੇ ਰਾਜ ਦੇ, ਉਹਨਾਂ ਨੇ ਸਾਡੇ ਰਾਜ ਲਈ ਉਹਨਾਂ ਤੇ ਕੁਰਬਾਨੀ ਦੇ ਦਿੱਤੀ, ਜਾਨ ਦੇ ਦਿੱਤੀ, ਵੀ ਅਸੀਂ ਹੁਣ ਉਹਨਾਂ ਦੇ ਪਰਿਵਾਰ ਭੁੱਖੇ ਨਹੀਂ ਰਹਿ ਸਕਦੇ। ਕੱਲੇ ਪਰਿਵਾਰ ਨੂੰ 500 ਕਿੱਲਾ ਜ਼ਮੀਨ ਦਿੱਤਾ, 50 ਕਿੱਲੇ ਜ਼ਮੀਨ ਦਿੱਤਾ, ਕੱਲੇ ਪਰਿਵਾਰ ਨੂੰ 500 ਰੁਪਈਆ ਦਿੱਤਾ। ਹੁਣ ਤੁਸੀਂ ਉਹ ਦੇਖੋ 500 ਰੁਪਈਆ ਕਿੰਨਾ ਸੀ, 2 ਮੁਰੱਬੇ ਕਿੰਨੇ ਸੀ। ਤਾਂ ਕੱਲੇ ਫੌਜੀ ਨੂੰ ਉਹਦੇ ਘਰ ਇੰਡੀਅਨ ਆਰਡਰ ਆਫ ਮੈਰਿਟ ਕਲਾਸ 3 ਕੱਲੇ ਨੂੰ ਮਿਲੀ ਸੀ। ਇਹ ਇਤਿਹਾਸ ਅਗਵਾਹ ਆ ਵੀ ਇਹ ਕਦੀ ਹੋਇਆ ਨਹੀਂ, ਨਾ ਕਦੀ ਹੋਣਾ ਹੀ ਆ ਵੀ ਇੱਕ ਪਾਲਟਨ ਵਿੱਚੋਂ 21 ਸੂਰਮਿਆਂ ਨੂੰ ਇਕੱਠਿਆਂ ਨੂੰ ਇਹ ਨਾਮ ਮਿਲਣਾ। ਤਾਂ ਇਹ ਹੈਗਾ ਜੀ ਆਪਣਾ ਸਾਰਾਗੜ੍ਹੀ ਦਾ ਇਤਿਹਾਸ। ਤਾਂ ਇਹ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਇਹ ਧੰਨਵਾਦ ਆ, ਆਪਣੇ ਕਮੇਟੀ ਦਾ। ਜਦੋਂ ਇਹ ਆਪਾਂ ਸ਼ੁਰੂ ਕੀਤਾ ਸੀ, ਇਹ ਮੇਰਾ ਤੁਸੀਂ ਵੀ ਸੁੱਚਾ ਸਿੰਘ ਜਦੋਂ ਕਮੇਟੀ ਵਿੱਚ ਸੀ, ਮੈਨੂੰ ਹੁਣ ਯਾਦ ਨਹੀਂ, ਹੁਣ ਆਪਣੇ ਕੁਲਵੰਤ ਸਿੰਘ ਬੈਂਸ ਮੁੱਖ ਸੇਵਾਦਾਰ ਸੀ, ਆਪਣੇ ਥਾਨੀ ਸਾਹਿਬ ਸੇਵਾਦਾਰ ਸੀ ਜੀ, ਸਰਾਏ ਸਾਹਿਬ, ਆਪਣੇ ਜਿੰਨੇ ਵੀ ਸੇਵਾਦਾਰ, ਜਦੋਂ ਤੁਹਾਨੂੰ ਮੈਂ ਗੱਲ ਕੀਤੀ ਸੀ ਵੀ ਦੇਖੋ ਜੀ ਆਹ ਪ੍ਰੋਜੈਕਟ ਆ, ਤਾਂ ਤੁਸੀਂ ਨਾ ਨਹੀਂ ਕੀਤੀ, ਤੁਸੀਂ ਉਸ ਵੇਲੇ ਕਿਹਾ ਵੀ ਹਾਂਜੀ, ਤੁਸੀਂ ਸਾਥ ਦਿੱਤਾ, ਬਹੁਤ ਵਧੀਆ, ਬਹੁਤ ਜ਼ਿਆਦਾ ਸਾਥ ਦਿੱਤਾ। ਕਮੇਟੀ ਨੇ, ਟਰਸਟੀਆਂ ਨੇ, ਸਾਰਿਆਂ ਨੇ। ਫਿਰ ਤੁਸੀਂ ਦੇਖ ਲਓ, ਫਿਰ ਟਰਸਟ ਬੋਰਡ ਨੇ ਸਾਥ ਦਿੱਤਾ, ਫਿਰ ਸੰਗਤ ਨੇ ਇੰਨਾ ਪਿਆਰ ਦਿੱਤਾ। ਤਾਂ ਕਿੱਥੇ ਮਾਰਚ ਦੀ ਗੱਲ ਆ, ਫਿਰ ਕੋਵਿਡ। ਹੁਣ ਬੜੇ ਮਾਣ ਨਾਲ ਮੈਂ ਕਹਿ ਸਕਦਾ ਜਾਂ ਦਾਸ ਕਹਿ ਸਕਦਾ ਵੀ ਦੇਖੋ ਜੀ 18 ਮਹੀਨਿਆਂ ਦੇ ਵਿੱਚ ਗੁਰੂ ਦੀ ਕਿਰਪਾ ਚਾਹੀਦੀ ਆ ਵੀ ਅਸੀਂ ਆਹ 12 ਸਤੰਬਰ ਨੂੰ ਸਾਰੀ ਦੁਨੀਆ ਦੇਖੂਗੀ। ਜਿਹਨੂੰ ਨਹੀਂ ਵੀ ਪਤਾ ਸਾਰਾਗੜ੍ਹੀ ਦਾ ਇਤਿਹਾਸ, ਕਿ ਉਹ ਹਜੇ ਵੀ ਕਈ ਗੋਰੇ ਪੁੱਛਦੇ ਹੁੰਦੇ ਆ ਵੀ ਸਾਰਾਗੜ੍ਹੀ ਕੀ ਆ, ਉਹਨਾਂ ਨੂੰ ਜਦੋਂ ਦੱਸੀ ਤਾਂ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਇਸ ਗੱਲ ਦਾ। ਪਰ ਹੁਣ ਦਾਸ ਸਾਨੂੰ ਦਾਅਵੇ ਨਾ ਕਹੂਗਾ ਵੀ 12 ਤਰੀਕ ਨੂੰ ਸਾਰੀ ਦੁਨੀਆ ਨੂੰ ਪਤਾ ਲੱਗ ਜਾਊਗਾ ਵੀ ਸਾਰਾਗੜ੍ਹੀ ਉਹ ਸੂਰਮੇ ਕੌਣ ਸੀ। ਤਾਂ ਉਹਨਾਂ ਨੇ ਇੰਨੀ ਵੱਡੀ ਉਹਨਾਂ ਨੇ ਕੁਰਬਾਨੀ ਦਿੱਤੀ। ਬਸ ਦਾਸ ਇੰਨਾ ਹੀ, ਕਿਸੇ ਦੇ ਖਿਲਾਫ ਬੋਲਿਆ ਤਾਂ ਮਾਫ ਕਰਨਾ। ਸਾਰੀ ਸੰਗਤ ਦਾ ਹੀ ਦਾਸ ਵੱਲੋਂ ਧੰਨਵਾਦ, ਕਿ ਉਹ ਸੰਗਤ ਤੋਂ ਬਗੈਰ ਆਪਾਂ ਨਹੀਂ ਇਹ ਕੁਛ ਨਹੀਂ ਕਰ ਸਕਦੇ ਆ। ਇਹ ਸੰਗਤ ਨੇ ਸਾਥ ਦਿੱਤਾ, ਗੁਰੂ ਸਾਹਿਬ ਨੇ ਸੰਗਤ ਦਿੱਤਾ। ਮੈਂ ਬਾਜਵੇ ਸਾਹਿਬ ਨੂੰ ਕਈ ਵਾਰੀ ਵਿਚਾਰ ਕਰਦਾ ਵੀ ਇਸ ਧਰਤੀ 'ਤੇ ਜਿੱਥੇ ਆਪਣਾ ਗੁਰੂ ਘਰ ਆ, ਇੱਥੇ ਜ਼ਰੂਰ ਕਿਸੇ ਮਹਾਂਪੁਰਸ਼ ਨੇ ਭਗਤੀ ਕੀਤੀ ਹੋਈ ਆ, ਜਿਹੜੀ ਇੰਨੀ ਸਾਡੇ ਗੁਰੂ ਦੀ ਕਿਰਪਾ ਆ। ਤੁਸੀਂ ਦੇਖੋ ਬੈਂਸਫੀਲਡ ਗੁਰੂ ਘਰ ਦੇ ਸੰਗਤ ਤੇ ਕਿੰਨੀ ਸੰਗਤ ਆ, ਸੰਗਤ ਪਿਆਰ ਕਰਦੀ ਆ, ਕਦੀ ਕੋਈ ਹਵੀ ਨਵੀ ਨਹੀਂ ਹੁੰਦੀ ਇੱਥੇ। ਬੜੇ ਪਿਆਰ ਨਾਲ ਆਪਾਂ ਇੱਕ ਦੂਜੇ ਨਾਲ ਆਪਾਂ ਜੋ ਵੀ ਸਲਾਹ ਕਰਨੀ ਆ, ਜੋ ਵੀ ਫੈਸਲਾ ਦੇਣਾ ਆ, ਜੋ ਵੀ ਕੰਮ ਅਸੀਂ ਕਰਨਾ ਪਿਆਰ ਨਾਲ। ਔਰ ਮੈਂ ਕਹੂੰਗਾ ਵੀ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ, ਇੱਦਾਂ ਹੀ ਕਿਰਪਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਿੱਖ ਚੈਨਲ ਵਾਲਿਆਂ ਦੇ ਬਹੁਤ ਧੰਨਵਾਦੀ ਹਾਂ ਜਿਹੜੇ ਕਿ ਅੱਜ ਗੁਰੂ ਨਾਨਕ ਗੁਰਦੁਆਰਾ ਵੈਂਸਫੀਲਡ ਵਿਖੇ ਪਹੁੰਚੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਹ ਸਿੱਖ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਬੈਂਸਵੀਲ ਦੀ ਸੰਗਤ ਇੱਥੇ ਟੈਟੂ ਬਣਨਾ ਉਹਨੂੰ ਦਿਖਾ ਰਹੇ ਆ ਕੇ ਇਹਨਾਂ ਬਹੁਤ ਬਹੁਤ ਧੰਨ। ਮੈਂ ਬਲਵੀਰ ਸਿੰਘ ਟੁੱਟ ਬੋਲ ਰਿਹਾ ਹਾਂ ਜੋ ਕਿ ਇਹ ਬੈਂਸਵੀਲ ਦੀਆਂ ਸੰਗਤਾਂ ਜੋ ਵੀ ਕੰਮ ਹੁੰਦਾ ਆ ਮੂਹਰੇ ਹੋ ਕੇ ਕਰਦੀਆਂ ਹਨ। ਹੁਣ ਇਸ ਕੰਮ ਵਾਸਤੇ ਵੀ ਸਾਰੇ ਬੈਂਸਵੀਲ ਦੀ ਸੰਗਤ ਟਰਸਟੀ ਕਮੇਟੀ ਮੈਂਬਰ ਇਕੱਠੇ ਹੋ ਕੇ ਇਹ ਟੈਟੂ ਬਣਾ ਰਹੇ ਹਨ। ਇਹ ਹੁਣ ਤਿਆਰ ਹੋ ਗਿਆ, ਛੇਤੀ ਹੋ ਰਿਹਾ ਹੈ ਤੇ ਇੱਥੇ ਦਾ ਮੈਂ ਬਹੁਤ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ। ਦਾਸ ਕੇਵ ਸਿੰਘ ਥੰਦੀ ਇੱਥੇ ਗੁਰਦੁਆਰੇ ਸੇਵਾ ਕਰਦਾ ਹੈ। ਸੰਗਤ ਦੇ ਨਾਲ ਰਲ ਕੇ ਸਾਰੇ ਟਰੱਸਟੀਆਂ ਨਾਲ ਚੋਣ ਬੋਰਡ ਨਾਲ ਸਾਰਿਆਂ ਨਾਲ ਰਲ ਕੇ ਸੇਵਾ ਕਰਦਾ ਹੈ। ਦਾਸ ਇੰਨਾ ਹੀ ਕਹਿੰਦਾ ਹੈ ਜਿਹੜਾ ਬੁੱਤ ਲੱਗਣਾ ਭਾਈ ਈਸਰ ਸਿੰਘ ਦਾ ਬਹੁਤ ਵਧੀਆ ਲੱਗਣਾ, ਚੰਗੇ ਆਦਮੀ ਦਾ ਲੱਗਣਾ, ਬੈਂਸਫੀਲਡ ਸੰਗਤ ਦਾ ਅਤੇ ਇੱਥੇ ਦੀ ਟਰੱਸਟ ਬੋਰਡ ਦਾ, ਇੱਥੇ ਦੇ ਮੈਂਬਰਾਂ ਦਾ, ਸਾਰੇ ਜਿੰਨੇ ਵੀ ਇੱਥੇ ਨੇੜੇ ਤੇੜੇ ਰਹਿੰਦੇ ਆ ਸਾਰਿਆਂ ਦਾ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਇਸ ਸੇਵਾ 'ਚ ਹਿੱਸਾ ਪਾਇਆ। ਆਉਣ ਵਾਲੇ ਟਾਈਮ ਵੀ ਇਸੇ ਤਰ੍ਹਾਂ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਰਾਗੜ੍ਹੀ ਦੇ ਜੰਗ ਦੇ ਸ਼ਹੀਦ ਜੋ ਕਿ ਅੰਗਰੇਜ਼ਾਂ ਲਈ ਲੜਦੇ ਹੋਏ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿੱਚੋਂ ਈਸ਼ਰ ਸਿੰਘ ਦਾ ਅੱਜ ਮੋਨੂਮੈਂਟ ਦੀਆਂ ਤਿਆਰੀਆਂ ਹੋ ਰਹੀਆਂ ਨੇ ਤੇ ਬੈਂਸਫੀਲਡ ਵਿੱਚ 12 ਸਤੰਬਰ ਨੂੰ ਲਾਈਆਂ ਜਾਣਗੀਆਂ, ਜੋ ਕਿ ਵੁਲਵਰਹੈਂਪਟਨ ਕੌਂਸਲ ਤੇ ਬੈਂਸਫੀਲਡ ਦੀ ਸੰਗਤ ਦੇ ਸਹਿਯੋਗ ਨਾਲ ਚੱਲ ਰਿਹਾ। ਅਸੀਂ ਬੈਂਸਫੀਲਡ ਦੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਸਿੱਖਾਂ ਦੇ ਸ਼ਹੀਦਾਂ ਦੇ ਮੋਨੂਮੈਂਟ ਲਾ ਰਹੇ ਨੇ ਤੇ ਸਾਨੂੰ ਮਾਣ ਹੋ ਰਿਹਾ ਕਿ ਸਾਡੇ ਪੁਰਖਿਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ, ਜਿਸ ਕਰਕੇ ਅਸੀਂ ਵੀ ਅੱਜ ਮਾਣ ਨਾਲ ਜੀ ਰਹੇ ਹਾਂ। ਦਾਸ ਇੰਨਾ ਹੀ ਕਹਿੰਦਾ ਹੋਇਆ ਖਿਮਾ ਦਾ ਜੱਜ ਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਮੂਰਤੀ ਦਾ ਇੱਥੇ ਪ੍ਰੋਗਰਾਮ ਚੱਲ ਰਿਹਾ ਸੰਗਤਾਂ ਵੱਲੋਂ ਬਹੁਤ ਵਧੀਆ ਜੋ ਸੰਯੋਗ ਦੇ ਰਿਹਾ ਸਾਰਿਆਂ ਦਾ ਧੰਨਵਾਦ। ਅੱਜ ਦੇ ਮੁੱਖ ਸੇਵਾਦਾਰ ਜਿਹੜੇ ਉਦੋਂ ਕਮੇਟੀ ਤੋਂ ਕੰਮ ਸ਼ੁਰੂ ਕੀਤਾ, ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀ, ਉਸ ਟਾਈਮ ਦੇ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਬੈਂਸ ਸੀਗੇ। ਹੁਣ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਹੁਣ ਭਾਈ ਭੁਪਿੰਦਰ ਸਿੰਘ ਗਾਖਲ ਹੋਣੀ ਦੱਸ ਹੀ ਦਿੱਤਾ ਹੈ ਸਾਰਾ ਕੁਝ ਕਿਸ ਤਰ੍ਹਾਂ ਹੋਇਆ ਅਤੇ ਅਰਦਾਸ ਤਾਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਟਰੱਸਟ ਦਾ ਬਹੁਤ ਬਹੁਤ ਧੰਨਵਾਦ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਅਤੇ ਇਸੇ ਤਰ੍ਹਾਂ ਹੀ ਹੁਣ ਵੀ ਸਹਿਯੋਗ ਦੇ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।